ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਰਤਨਾ ਰਤਨ ਪਦਾਰਥ, ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ, ਤਿਨ ਹੱਥ ਚੜ੍ਹਿਆ ਰਾਮ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅੰਤਰਯਾਮੀ ਕਿਰਪਾ ਨਿਧਾਨ ਪ੍ਰਤੱਖ ਸਤਿਗੁਰੂ, ਬਾਣੀ ਗੁਰੂ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਦੀ ਅਪਾਰ ਕਿਰਪਾ ਸਦਕਾ ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤਥਾ ਸੰਤ ਬਾਬਾ ਹਰਨਾਮ ਸਿੰਘ ਜੀ ਨਗਰ ਤਲਣ ਵਿਖੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਜੁੜ ਕੇ ਗੁਰੂ ਕੀ ਬਾਣੀ ਦਾ ਪਾਠ, ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਤਥਾ ਗੁਰਸ਼ਬਦ ਦੀ ਵਿਚਾਰ ਕਥਾ ਸਰਵਣ ਕਰਨ ਦਾ ਮੌਕਾ ਮਿਲ ਰਿਹਾ ਹੈ। ਆਪ ਜੀ ਭਾਈ ਕਿਰਪਾਲ ਸਿੰਘ ਜੀ ਪਾਸੋਂ ਗੁਰਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਸੋ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪਣੀ ਮਿਹਰ ਕਰਕੇ ਜਿੰਨਾ ਸਮਾਂ ਹੋਰ ਬਖਸ਼ਿਸ਼ ਕਰਦੇ ਹਨ, ਆਓ ਬੜੇ ਪਿਆਰ ਦੇ ਨਾਲ ਮਨ ਬਿਰਤੀਆਂ ਨੂੰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਕਾਗਰ ਕਰੀਏ। ਮਨ ਦੀ ਪੂਰਨ ਇਕਾਗਰਤਾ ਦੇ ਲਈ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਦੋਵੇਂ ਹੱਥ ਜੋੜ ਕੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸੁੰਦਰ ਤਖਤਾਂ ਦੇ ਉੱਪਰ ਸ਼ੋਭਾਇਮਾਨ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਅੰਤ ਗੁਰੂ ਕੀਆਂ ਸੰਗਤਾਂ ਆਪਾਂ ਸਾਰੇ ਆ ਕੇ ਨਤਮਸਤਕ ਹੋ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਜੀ ਕੀ ਬਿਰਥਾ ਹੋਏ, ਸੋ ਗੁਰ ਪਹਿ ਅਰਦਾਸ ਕਰ। ਆਪੋ ਆਪਣੀਆਂ ਭਾਵਨਾਵਾਂ ਗੁਰੂ ਚਰਨਾਂ ਵਿੱਚ ਆ ਕੇ ਕਹਿੰਦੇ ਹਾਂ, ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਅੱਜ ਐਤਵਾਰ ਦਾ ਦਿਨ ਹੋਣ ਕਰਕੇ ਸੰਗਤਾਂ ਦੀ ਵਿਸ਼ੇਸ਼ ਇਕੱਤਰਤਾ, ਹਫਤਾਵਾਰੀ ਸਮਾਗਮ ਪੂਰਾ ਦਿਨ ਭਰ ਚੱਲਣੇ ਹੈ। ਸੋ ਗੁਰੂ ਚਰਨਾਂ ਵਿੱਚ ਜਿੱਥੇ ਅਸੀਂ ਦੁਨਿਆਵੀ ਵਸਤੂਆਂ ਦੀ ਮੰਗ ਗੁਰੂ ਚਰਨਾਂ ਵਿੱਚੋਂ ਹੀ ਕਰਨੀ ਹੈ, ਕਿਉਂਕਿ ਗੁਰੂ ਤੋਂ ਬਿਨਾਂ ਗੁਰੂ ਕੇ ਸਿੱਖ ਦਾ ਹੋਰ ਕੋਈ ਓਟ ਆਸਰਾ ਨਹੀਂ ਹੈ। ਸਿਰਫ ਸਤਿਗੁਰੂ ਹੀ ਸਾਡੇ ਵਾਸਤੇ ਦੁਨਿਆਵੀ ਪਦਾਰਥਾਂ ਦਾ ਵੀ ਦਾਤਾ ਹੈ ਔਰ ਮੁਕਤੀ ਦਾ ਵੀ ਦਾਤਾ ਹੈ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗਰਾਤਾ। ਹੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨਾਂ ਦੇ ਵਿੱਚ ਜਿੱਥੇ ਦੁਨਿਆਵੀ ਵਸਤੂਆਂ ਦੀ ਅਸੀਂ ਮੰਗ ਕਰਦੇ ਹਾਂ, ਸਾਡੀਆਂ ਉਹ ਭਾਵਨਾਵਾਂ ਵੀ ਪੂਰੀਆਂ ਕਰ ਦੇਵੀਂ। ਪਰ ਸਭ ਤੋਂ ਵੱਡੀ ਮੰਗ ਗੁਰੂ ਕਾ ਸਿੱਖ ਜਿਹੜਾ ਗੁਰੂ ਚਰਨਾਂ ਵਿੱਚ ਆ ਕੇ ਕਰਦਾ ਹੈ,
ਉਹ ਦੁਨਿਆਵੀ ਰਾਜ ਭਾਗ ਤੋਂ ਵੀ ਜੇ ਉੱਪਰ ਦੀ ਗੱਲ ਗੁਰੂ ਕੇ ਸਿੱਖ ਵਾਸਤੇ ਕੋਈ ਹੈ ਤੇ ਉਹ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤੀ ਦੀ ਮੰਗ ਹੈ। ਰਾਜ ਨਾ ਚਾਹੋਂ ਮੁਕਤ ਨਾ ਚਾਹੋਂ ਮਨ ਪ੍ਰੀਤ ਚਰਨ ਕਮਲਾਰੀ। ਉਹ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤੀ ਮਿਲ ਜਾਵੇ, ਉਹ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਪ੍ਰੇਮ ਮਿਲ ਜਾਵੇ, ਕਿਉਂਕਿ ਪ੍ਰੇਮ ਤੋਂ ਬਿਨਾਂ ਕੋਈ ਵੀ ਐਸਾ ਸਾਧਨ ਨਹੀਂ ਹੈ ਜਿਹੜਾ ਤੈਨੂੰ ਰੱਬ ਦੇ ਨਾਲ ਮਿਲਾ ਦੇਵੇ। ਬਾਕੀ ਦੇ ਸਾਧਨ ਬਹੁਤ ਦੁਨੀਆ ਵਿੱਚ ਹੋਣਗੇ, ਪਰ ਕਲਗੀਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੀ ਜਿੱਥੇ ਇਹਨਾਂ ਸਾਧਨਾਂ ਦੀ ਗੱਲ ਕੀਤੀ ਹੈ ਉੱਥੇ ਸਾਰਿਆਂ ਤੋਂ ਸਰਮਾਉਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹੀ ਕਿਹਾ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਤੇਰੇ ਮਨ ਦੇ ਅੰਦਰ ਪ੍ਰੇਮ ਹੈ ਤੇ ਫਿਰ ਹੀ ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕੋ, ਚਤੁਰਾਈ ਨਾ ਚਤੁਰਭੁਜ ਪਾਈਐ, ਚਤੁਰਾਈਆਂ ਨਾਲ ਨਹੀਂ। ਉਹ ਵਾਹਿਗੁਰੂ ਪਰਮੇਸ਼ਰ ਪ੍ਰੇਮ ਦੇ ਨਾਲ ਵਸ ਹੁੰਦਾ ਹੈ। ਕਿੰਨਿਆਂ ਭਗਤਾਂ ਨੇ ਉਹਨੂੰ ਪ੍ਰੇਮ ਦੇ ਨਾਲ ਵਸ ਵਿੱਚ ਕੀਤਾ। ਭਗਤ ਧੰਨਾ ਜੀ ਦਾ ਜੀਵਨ ਪੜ੍ਹਦੇ ਹਾਂ ਆਪਾਂ, ਤੇ ਗੁਰਮੁਖ ਪਿਆਰੋ ਪ੍ਰੇਮ ਦੀ ਐਸੀ ਗੰਢ ਮਾਰ ਦਿੱਤੀ, ਐਸਾ ਪ੍ਰੇਮ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਨੂੰ ਬੰਨਿਆ ਕਿ ਭਗਤ ਧੰਨਾ ਜੀ ਦੇ ਖੇਤਾਂ ਵਿੱਚ ਵੀ ਆ ਕੇ ਉਹ ਵਾਹਿਗੁਰੂ ਪਰਮੇਸ਼ਰ ਨੇ ਕੰਮ ਕੀਤਾ, ਸਹਾਇਕ ਬਣ ਕੇ, ਉਹਦਾ ਸਾਥੀ ਬਣ ਕੇ ਉਹਦੇ ਖੇਤਾਂ ਨੂੰ ਪਾਣੀ ਲਾਇਆ, ਕਿਆਰੇ ਮੋੜੇ, ਬਲਦ ਜੋੜੇ, ਹਲ ਵਾਹਿਆ, ਕਿੰਨੇ ਕਾਰਜ ਕੀਤੇ, ਕਿਉਂਕਿ ਵਾਹਿਗੁਰੂ ਦੇ ਨਾਲ ਪ੍ਰੇਮ ਸੀ। ਪ੍ਰੇਮ ਹੀ ਇੱਕੋ ਇੱਕ ਐਸਾ ਸਾਧਨ ਹੈ, ਪ੍ਰੀਤੀ ਹੀ ਐਸਾ ਇੱਕ ਸਾਧਨ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਵਸ ਵਿੱਚ ਕਰ ਸਕਦਾ ਹੈ। ਅਤੇ ਜਿਹੜੇ ਐਸੇ ਪ੍ਰੇਮ ਕਰਨ ਵਾਲੇ ਪ੍ਰੇਮੀ ਭਗਤ ਗੁਰਸਿੱਖ ਬਣ ਗਏ ਨਾ, ਉਹਨਾਂ ਦੀ ਬਾਬਤ ਫਿਰ ਸਤਿਗੁਰਾਂ ਦੇ ਬਾਣੀ ਵਿੱਚ ਵਾਚਨ ਆਉਂਦੇ ਆ, ਮੇਰੀ ਬੰਧੀ ਭਗਤ ਛਡਾਵੈ, ਬੰਧੈ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਹ ਕੋ ਗਹਿ ਬੰਧੈ, ਤਉ ਫੁਨ ਮੋਹ ਪੈ ਜਵਾਬ ਨਾ ਹੋਏ। ਕਹਿੰਦੇ ਮੇਰੇ ਬਚਨਾਂ ਦਾ ਕੋਈ ਬੰਨਿਆ ਹੋਵੇ ਤੇ ਉਸ ਬੰਨੇ ਹੋਏ ਨੂੰ ਮੇਰੇ ਭਗਤ ਕਿਰਪਾ ਕਰਕੇ ਛੁਡਾ ਦਿੰਦੇ ਆ। ਮੇਰੇ ਭਗਤ ਜ਼ੋਰ ਪਾਉਣ ਨਾ ਤੇ ਉਹ ਮੇਰੇ ਤੋਂ ਛੁਡਾ ਕੇ ਲੈ ਜਾਂਦੇ ਆ। ਉਹ ਮੇਰੇ ਬਚਨ ਦੇ ਵਿੱਚ ਬੰਨੇ ਹੋਏ ਨੂੰ ਮੈਨੂੰ ਆਪਣਾ ਬਚਨ ਵਾਪਸ ਲੈਣਾ ਪੈ ਜਾਂਦਾ ਹੈ। ਤੇ ਅਨੇਕਾਂ ਉਦਾਹਰਨਾਂ ਸਿੱਖ ਇਤਿਹਾਸ ਵਿੱਚ ਆਉਂਦੀਆਂ। ਭਾਈ ਸੱਤਾ, ਭਾਈ ਬਲਵੰਡਾ ਜੇਕਰ ਗੁਰੂ ਘਰ ਦੀ ਨਿੰਦਿਆ ਕਰਨ ਲੱਗੇ, ਗੁਰੂ ਘਰ ਤੋਂ ਬੇਮੁਖ ਹੋਏ, ਸਤਿਗੁਰਾਂ ਨੇ ਬਚਨਾਂ ਵਿੱਚ ਬੰਨ੍ਹ ਦਿੱਤਾ ਸੀ ਨਾ ਕਿ ਤੁਹਾਡੀ ਜ਼ੁਬਾਨ ਨੂੰ ਕੋੜ ਹੋ ਜਾਏ। ਜਿਹਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿੰਦਿਆ ਕੀਤੀ ਹੈ, ਤੁਸੀਂ ਫਿੱਟ ਗਏ ਹੋ ਗੁਰੂ ਘਰ ਦਾ ਖਾ ਕੇ, ਅਤੇ ਤੁਸੀਂ ਵੱਡੇ ਸਤਿਗੁਰਾਂ ਦੀ ਨਿੰਦਿਆ ਕਰਦੇ ਹੋ, ਗੁਰੂ ਕੀਆਂ ਸੰਗਤਾਂ ਨੂੰ ਕੀਰਤਨ ਨਹੀਂ ਸੁਣਾਉਂਦੇ, ਮਾਣ ਹੰਕਾਰ ਵਿੱਚ ਆ ਗਏ ਹੋ। ਅਤੇ ਫਿਰ ਗੁਰੂ ਕੇ ਸਿੱਖ ਨੇ ਕਰੁਣਾ ਕਰਕੇ, ਦਇਆ ਕਰਕੇ ਉਹਨਾਂ ਨੂੰ ਬਖਸ਼ਾ ਦਿੱਤਾ ਸੀ ਨਾ। ਐਵੇਂ ਹੀ ਗੁਰਮੁਖ ਪਿਆਰੋ ਬੇਅੰਤ ਇਤਿਹਾਸਕ ਸਾਖੀਆਂ ਆਉਂਦੀਆਂ ਕਿ ਗੁਰੂ ਕੇ ਪ੍ਰੇਮ ਦੇ ਵਿੱਚ ਬੰਨੇ ਹੋਏ ਸਿੱਖਾਂ ਨੇ ਸਤਿਗੁਰਾਂ ਨੂੰ ਕਿਵੇਂ ਉਹ ਪ੍ਰੇਮ ਦੀ ਡੋਰੀ ਵਿੱਚ ਬੰਨਿਆ। ਮੇਰੀ ਬੰਧੀ ਭਗਤ ਛਡਾਵੈ, ਬੰਧੈ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਹ ਕੋ ਗਹਿ ਬੰਧੈ, ਤਉ ਫੁਨ ਮੋਹ ਪੈ ਜਵਾਬ ਨਾ ਹੋਏ। ਸਤਿਗੁਰੂ ਜੀ ਕਹਿੰਦੇ ਫਿਰ ਮੇਰੇ ਕੋਲ ਜਵਾਬ ਨਹੀਂ ਹੁੰਦਾ। ਜੇ ਮੈਨੂੰ ਕਦੇ ਬੰਨ੍ਹ ਲੈਣ ਬਚਨਾਂ ਦੇ ਵਿੱਚ, ਮੇਰੇ ਨਾਲ ਗੁਰੂ ਕਾ ਸਿੱਖ ਬਚਨ ਕਰ ਲਵੇ ਕੋਈ, ਅਤੇ ਮੈਂ ਗੁਰੂ ਕੇ ਸਿੱਖ ਨੂੰ ਉਹ ਬਚਨ ਦੇ ਦੇਵਾਂ, ਉਹ ਵਿਸ਼ਵਾਸ ਦਿਵਾ ਦੇਵਾਂ, ਉਹ ਯਕੀਨ ਕਰਾ ਦੇਵਾਂ। ਗੁਰਮੁਖੋ ਦੁਨੀਆ ਦੇ ਵਿੱਚ ਸਾਨੂੰ ਯਕੀਨ ਬਹੁਤ ਲੋਕ ਕਰਵਾਉਂਦੇ ਆ, ਬੜੇ ਵਾਅਦੇ ਕਰਦੇ ਹੈ, ਪਰ ਉਹਨਾਂ ਵਾਅਦਿਆਂ ਦੇ ਉੱਤੇ ਖਰਾ ਉਤਰਨਾ, ਉਹਨਾਂ ਵਾਅਦਿਆਂ ਉੱਤੇ ਪੂਰਾ ਉਤਰਨਾ ਉਹ ਵਿਰਲਿਆਂ ਦੇ ਹਿੱਸੇ ਆਉਂਦਾ। ਬਹੁਤੀ ਜ਼ਿਆਦਾ ਤਾਂ ਵਾਅਦਾ ਖਿਲਾਫੀ ਹੁੰਦੀ ਹੈ। ਅਤੇ ਬੜੀ ਜਿਹੜੀ ਬੇਸ਼ਰਮੀ ਦੀ ਹੱਦ ਤੱਕ ਜਾ ਕੇ ਲੋਕ, ਜਦੋਂ ਉਹਨਾਂ ਨੂੰ ਕਦੇ ਚੇਤਾ ਕਰਵਾਇਆ ਜਾਵੇ ਕਿ ਤੁਸੀਂ ਸਾਡੇ ਨਾਲ ਆਹ ਵਾਅਦਾ ਕੀਤਾ ਸੀ, ਆਹ ਪ੍ਰੋਮਿਸ ਕੀਤਾ ਸੀ, ਤਾਂ ਫਿਰ ਉਹ ਦੁਨੀਆ ਦੇ ਵਿਦਵਾਨਾਂ ਦੀਆਂ ਉਦਾਹਰਨਾਂ ਦੇ ਕੇ ਕਹਿਣਗੇ ਜੀ ਦੁਨੀਆ ਦੇ ਵਿਦਵਾਨਾਂ ਨੇ ਲਿਖਿਆ ਵੀ ਵਾਅਦੇ ਕੀਤੇ ਹੀ ਤੋੜਨ ਵਾਸਤੇ ਜਾਂਦੇ ਹੈ,
ਪਰ ਐਸਾ ਇੱਕੋ ਇੱਕ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰ ਹੈ, ਜਿੱਥੇ ਤੁਹਾਡੇ ਨਾਲ ਕੀਤਾ ਗਿਆ ਵਾਅਦਾ ਕਦੇ ਵਾਅਦਾ ਖਿਲਾਫੀ ਨਹੀਂ ਬਣੇਗੀ। ਉਹਦੇ ਉੱਤੇ ਸਤਿਗੁਰੂ ਜੀ ਪੂਰੇ ਉਤਰਦੇ ਹੈ। ਭਾਵੇਂ ਸਤਿਗੁਰਾਂ ਨੇ ਸਰੀਰਕ ਰੂਪ ਚੋਲਾ ਵੀ ਬਦਲ ਲਿਆ ਹੋਵੇ, ਬੇਅੰਤ ਗੁਰਸਿੱਖਾਂ ਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਕੀਤੇ ਹੋਏ ਵਾਅਦੇ ਔਰ ਸਤਿਗੁਰੂ ਨੇ ਗੁਰਸਿੱਖਾਂ ਦੇ ਨਾਲ ਕੀਤੇ ਹੋਏ ਬਚਨ ਨਿਭਾਏ ਹੈ। ਕਿਉਂਕਿ ਸਤਿਗੁਰੂ ਐਸੇ ਨਹੀਂ ਕਿ ਜਿਸ ਤਰ੍ਹਾਂ ਦਾ ਸੁਣਿਆ ਤੇ ਉਸ ਤਰ੍ਹਾਂ ਦਾ ਵੇਖਣ ਵਿੱਚ ਨਹੀਂ ਆਇਆ। ਕਿਉਂਕਿ ਅਸੀਂ ਦੁਨੀਆ ਵਿੱਚ ਵੇਖਦੇ ਹਾਂ ਕਿ ਜਿਸ ਤਰ੍ਹਾਂ ਦਾ ਮਨੁੱਖ ਸਾਨੂੰ ਦਿਖਾਈ ਦਿੰਦਾ ਉਸ ਤਰ੍ਹਾਂ ਦਾ ਹੁੰਦਾ ਨਹੀਂ, ਤੇ ਜਿਸ ਤਰ੍ਹਾਂ ਦਾ ਹੁੰਦਾ ਉਸ ਤਰ੍ਹਾਂ ਦਾ ਦਿਖਦਾ ਨਹੀਂ। ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਖਾਲਸਾ ਜੀ ਕੋਈ ਬਨਾਵਟ ਨਹੀਂ ਹੈ, ਕੋਈ ਦਿਖਾਵਾ ਨਹੀਂ ਹੈ। ਇੱਥੇ ਜਿਸ ਤਰ੍ਹਾਂ ਦਾ ਸਤਿਗੁਰੂ ਜੀ ਬਾਰੇ ਸੁਣਾਂਗੇ ਉਸੇ ਤਰ੍ਹਾਂ ਦਾ ਦਰਸ਼ਨ ਕਰਾਂਗੇ। ਗੁਰਬਾਣੀ ਵਿੱਚ ਵੀ ਬਚਨ ਆਉਂਦੇ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰ ਹੈ ਪਾਇਆ ਸੰਜੋਗ। ਜਿਨ੍ਹਾਂ ਧੁਰ ਦਰਗਾਹ ਤੋਂ ਹੀ ਜਿਨ੍ਹਾਂ ਦਾ ਸੰਜੋਗ ਜੁੜਨਾ ਲਿਖਿਆ ਹੋਇਆ ਸਤਿਗੁਰੂ ਜੀ ਦੇ ਨਾਲ, ਉਹ ਸਤਿਗੁਰੂ ਦੇ ਦਰ ਉੱਤੇ ਆਉਂਦੇ ਹੈ। ਭਾਈ ਸਾਹਿਬ ਬਚਨ ਕਰਕੇ ਗਏ ਆ ਹੁਣੇ, ਕਹਿੰਦੇ ਆਪਾਂ ਕਹਿੰਦੇ ਰਹਿੰਦੇ ਆ ਜੀ ਅੰਮ੍ਰਿਤ ਤਾਂ ਛਕਾਂਗੇ ਜੇ ਗੁਰੂ ਸਾਡੇ 'ਤੇ ਕਿਰਪਾ ਕਰੂਗਾ। ਜੇ ਗੁਰੂ ਨੇ ਸਾਡੇ ਭਾਗਾਂ ਵਿੱਚ ਅੰਮ੍ਰਿਤ ਲਿਖਿਆ ਹੋਊ ਤਾਂ ਛਕ ਲਵਾਂਗੇ। ਜੇ ਗੁਰੂ ਕਿਰਪਾ ਕਰੂਗਾ ਤਾਂ ਗੁਰਦੁਆਰੇ ਜਾਵਾਂਗੇ, ਤਾਂ ਬਾਣੀ ਪੜ੍ਹਾਂਗੇ। ਉਹ ਗੁਰੂ ਕੇ ਸਿੱਖਾ, ਜਦੋਂ ਤੂੰ ਗੁਰੂ ਦੁਆਰੇ ਉੱਤੇ ਚੱਲ ਕੇ ਆ ਗਿਆ, ਇਹਦਾ ਮਤਲਬ ਹੈ ਕਿ ਸਤਿਗੁਰੂ ਨੇ ਤੇਰੇ ਭਾਗ ਚੰਗੇ ਲਿਖ ਦਿੱਤੇ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਉਸ ਵੇਲੇ ਸਮਝ ਲਈ ਕਿ ਮੇਰੀ ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਕਿਸਮਤ ਜਾਗ ਰਹੀ ਹੈ, ਜੋ ਮੈਂ ਸਤਿਗੁਰੂ ਦੀ ਸੰਗਤ ਵਿੱਚ ਆ ਗਿਆ, ਸਤਿਗੁਰੂ ਦੇ ਚਰਨਾਂ ਵਿੱਚ ਆ ਗਿਆ, ਇੱਥੇ ਕਥਾ ਕੀਰਤਨ ਆ ਕੇ ਸਰਵਣ ਕਰ ਰਿਹਾ ਹੈ, ਤਾਂ ਇਹਦਾ ਮਤਲਬ ਹੈ ਕਿ ਤੇਰੇ ਭਾਗ ਆਲਰੇਡੀ ਜਾਗੇ ਹੋਏ ਹੈ। ਬਾਕੀ ਤਾਂ ਬਹਾਨਾਬਾਜ਼ੀ ਹੈ। ਤੈਨੂੰ ਪੰਜਾਬ ਦੀ ਧਰਤੀ ਉੱਤੇ ਜਨਮ ਦੇਤਾ, ਜਿਹੜਾ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਜਿਹੜਾ ਗੁਰੂ ਦੇ ਨਾਂ ਦੇ ਉੱਤੇ ਵਸਣ ਵਾਲਾ ਪੰਜਾਬ, ਉਹਦੇ ਵਿੱਚ ਤੈਨੂੰ ਜਨਮ ਮਿਲਿਆ। ਕਿ ਇਹ ਛੋਟੇ ਭਾਗਾਂ ਦੀ ਗੱਲ ਹੈ? ਇਹ ਬਹੁਤ ਵੱਡੇ ਭਾਗਾਂ ਦੀ ਗੱਲ ਹੈ। ਇਸ ਤੋਂ ਅੱਗੇ ਜਾਓ, ਤੈਨੂੰ ਗੁਰਸਿੱਖਾਂ ਦੇ ਘਰ ਵਿੱਚ ਜਨਮ ਦੇ ਦਿੱਤਾ। ਆ ਵਿਸਾਖੀ ਦਾ ਦਿਹਾੜਾ ਲੰਘ ਕੇ ਗਿਆ, ਖਾਲਸਾ ਸਾਜਨਾ ਦਿਵਸ, ਖਾਲਸੇ ਦਾ ਪ੍ਰਗਟ ਦਿਹਾੜਾ। ਸਤਿਗੁਰਾਂ ਨੇ ਕਿਵੇਂ ਪ੍ਰਗਟ ਕੀਤਾ ਖਾਲਸਾ? ਪੰਜਾਂ ਦੇ ਸਿਰ ਲਏ, ਆਖਿਆ ਮੈਨੂੰ 5 ਸਿਰਾਂ ਦੀ ਲੋੜ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਸਿੱਖੀ ਪਰਖੀ ਜਾਣੀ ਹੈ, ਤੇ ਗੁਰਮੁਖੋ ਉਹਨਾਂ ਪੰਜਾਂ ਨੇ ਸੀਸ ਦਿੱਤੇ, ਤੇ ਸੀਸ ਦੇ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਨਾ। ਤੇ ਅੱਜ ਤਾਂ ਗੁਰਮੁਖ ਪਿਆਰਿਓ ਸਿਰਫ ਵਾਅਦਾ ਹੀ ਲਿਆ ਜਾਂਦਾ ਨਾ, ਬਚਨ ਹੀ ਲਿਆ ਜਾਂਦਾ ਕਿ ਅੱਜ ਤੋਂ ਸੀਸ ਗੁਰੂ ਦਾ ਸਮਝਣਾ ਹੈ। ਕਿਸੇ ਮੜੀ ਦੇ ਉੱਤੇ, ਕਿਸੇ ਕਬਰ ਦੇ ਉੱਤੇ, ਕਿਸੇ ਦੇਹ ਧਾਰੀ ਗੁਰੂ ਦੇ ਪੈਰਾਂ ਦੇ ਵਿੱਚ ਇਹ ਸਿਰ ਨਹੀਂ ਝੁਕਣਾ ਚਾਹੀਦਾ। ਗੁਰੂ ਭਾਵਨਾ ਕਰਕੇ ਕਿਸੇ ਅੱਗੇ ਵੀ ਗੁਰੂ ਕੇ ਸਿੱਖਾ ਤੇਰਾ ਸਿਰ ਨਾ ਝੁਕੇ। ਤੇ ਗੁਰਮੁਖ ਪਿਆਰੋ ਅੱਜ ਸਿਰ ਵੱਢਿਆ ਤਾਂ ਨਹੀਂ ਜਾਂਦਾ, ਸਿਰਫ ਇਹ ਹੀ ਕਿਹਾ ਜਾਂਦਾ ਅੱਜ ਤੋਂ ਸਿਰ ਗੁਰੂ ਦਾ ਹੋ ਗਿਆ ਸਮਝਣਾ ਹੈ, ਅੱਜ ਤੋਂ ਸਿਰ ਪੰਥ ਦੀ ਭੇਟਾ ਸਮਝਣਾ ਹੈ। ਪਰ ਗੁਰਮੁਖੋ ਉਹ ਵੀ ਗੁਰਸਿੱਖ ਸਨ ਜਿਨ੍ਹਾਂ ਨੇ ਸਿਰ ਭੇਟ ਕਰਕੇ ਤੇ ਆਪਣੇ ਵੱਡੇ ਭਾਗ ਸਮਝੇ। ਮਨ ਵਿੱਚ ਭਾਵਨਾ ਸੀ, ਇਹ ਕਲਗੀਆਂ ਵਾਲੇ ਪਾਤਸ਼ਾਹ ਜਿਸ ਦਿਨ ਤੁਹਾਡੇ ਚਰਨਾਂ ਦੇ ਵਿੱਚ ਸਿਰ ਰੱਖ ਦਿੱਤਾ ਸੀ, ਉਸੇ ਦਿਨ ਤੋਂ ਸਿਰ ਤਾਂ ਤੁਹਾਡਾ ਹੋ ਗਿਆ ਸੀ। ਮਾफ़ ਕਰਨਾ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਕਹਿੰਦੇ ਸਤਿਗੁਰੂ ਜੀ ਮੈਨੂੰ ਮਾफ़ ਕਰਨਾ। ਆਪ ਜੀ ਨੂੰ 2 ਬਚਨ ਪਹਿਲਾਂ ਕਰਨੇ ਪਏ ਤੇ ਮੈਂ ਤੀਜੇ ਬਚਨ ਵਿੱਚ ਉੱਠਿਆ ਦੇਰੀ ਹੋ ਗਈ, ਪਰ ਮਨ ਕਮਲਾ ਇਹ ਸਮਝਿਆ ਹੀ ਨਹੀਂ ਸੀ ਕਿ ਇਹ ਸਿਰ ਤਾਂ ਪਹਿਲਾਂ ਤੋਂ ਹੀ ਗੁਰੂ ਦਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕਾਓ, ਹੁਕਮ ਮੰਨਿਆ ਪਾਈਐ। ਮਹਾਰਾਜ ਵੱਢ ਲਓ। ਤੇ ਸਤਿਗੁਰਾਂ ਨੇ ਪੰਜਾਂ ਦੇ ਸਿਰ ਵੱਢੇ, ਆਪਣੀ ਸ਼ਕਤੀ ਦੁਆਰਾ ਜੋੜੇ, ਅੰਮ੍ਰਿਤ ਦੀ ਦਾਤ ਬਖਸ਼ੀ। ਅੱਜ ਤੇ ਸਾਨੂੰ ਸਿਰ ਵੀ ਨਹੀਂ ਵਢਾਉਣਾ ਪੈਂਦਾ ਨਾ, ਸਿਰਫ ਪ੍ਰਾਣੀ ਕਰਨਾ। ਤੇ ਫਿਰ ਵੀ ਜੇ ਬਹਾਨੇਬਾਜ਼ੀ, ਮਨ ਹਰਾਮੀ ਹੁਜਤਾਂ ਢੇਰ, ਇਹੀ ਆਖੀ ਜਾਈਏ ਜੀ ਅੰਮ੍ਰਿਤ ਤਾਂ ਛਕ ਲਈਏ ਪਰ ਕਿਰਪਾਨ ਭਾਰੀ ਲੱਗਦੀ ਹੈ, ਤੇ ਅੰਮ੍ਰਿਤ ਤਾਂ ਛਕ ਲਈਏ ਕਿਤੇ ਕਿਰਪਾਨ ਸੁੱਤੇ ਪਿਆਂ ਦੇ ਢਿੱਡ ਦੇ ਵਿੱਚ ਨਾ ਵੱਜ ਜਾਵੇ। ਤੇ ਗੁਰਮੁਖ ਪਿਆਰਿਓ ਇਹ ਸਾਡੀਆਂ ਬਹਾਨੇਬਾਜ਼ੀਆਂ।
ਅੰਮ੍ਰਿਤ ਤਾਂ ਛਕ ਲਈਏ ਜੀ, ਪਰ ਜੇ ਸਤਿਗੁਰੂ ਨੇ ਸਾਡੇ ਭਾਗਾਂ ਵਿੱਚ ਲਿਖਿਆ ਉਹ ਛਕ ਲਵਾਂਗੇ। ਹੁਣ ਸਮਾਂ ਨਹੀਂ ਹੈ, ਪੁੱਤਰ ਪੁੱਤਰੀ ਦਾ ਵਿਆਹ ਕਰ ਲਈਏ, ਜ਼ਿੰਮੇਵਾਰੀਆਂ ਨਿਭਾ ਲਈਏ, ਨਿਪਟਾ ਲਈਏ, ਫਿਰ ਵਿਹਲੇ ਹੋ ਕੇ ਛਕ ਲਵਾਂਗੇ। ਕੀ ਪਤਾ ਤੇਰੇ ਕੋਲ ਵਿਹਲੇ ਹੋਣ ਦਾ ਸਮਾਂ ਆਵੇ ਜਾਂ ਨਾ ਆਵੇ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਅਸੀਂ ਇੱਕਦਮੀ ਆਦਮੀ ਤਾਂ ਹੈ ਜੇ ਦਮ ਆ ਰਿਹਾ। ਆਦਮੀ ਦਮ ਆ ਰਿਹਾ ਤਾਂ ਆਦਮੀ ਹੈ, ਦਮ ਆਉਣਾ ਖਤਮ ਹੋ ਗਿਆ ਤਾਂ ਕਹਾਣੀ ਖਤਮ ਹੈ। ਇਹ ਪੰਜਾਂ ਤੱਤਾਂ ਦਾ ਸਰੀਰ ਇਹ ਧਰਤੀ ਵਿੱਚ ਮਿੱਟੀ ਵਿੱਚ ਮਿਲ ਜਾਵੇਗਾ। ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਪਰ ਗੁਰਮੁਖੋ ਬਹਾਨੇਬਾਜ਼ੀ ਕਾਹਦੀ? ਜੇ ਭਾਗਾਂ ਵਿੱਚ ਹੋਇਆ ਤਾਂ ਛਕ ਲਵਾਂਗੇ, ਨਹੀਂ ਭਾਈ। ਵੱਡੇ ਭਾਗ ਹੁੰਦੇ ਆ ਜਦੋਂ ਗੁਰੂ ਚਰਨਾਂ ਵਿੱਚ ਗੁਰੂ ਕਾ ਸਿੱਖ ਜੁੜਦਾ ਹੈ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰ ਹੋ ਪਿਆ ਸੰਜੋਗ। ਜਿਨ੍ਹਾਂ ਦਾ ਧੁਰ ਦਰਗਾਹ ਤੋਂ ਮੇਲਾ ਸੰਜੋਗ ਲਿਖਿਆ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਹੀ ਉਹਨਾਂ ਨੂੰ ਹੁੰਦਾ ਹੈ। ਅਤੇ ਜਦੋਂ ਸਤਿਗੁਰੂ ਦਾ ਮਿਲਾਪ ਹੋਵੇ ਉਦੋਂ ਗੁਰੂ ਚਰਨਾਂ ਦੇ ਵਿੱਚ ਆ ਕੇ ਮੰਗ ਲਈਏ, ਸਤਿਗੁਰੂ ਜੀ ਤੁਹਾਡੇ ਨਾਲ ਪ੍ਰੇਮ ਬਣਿਆ ਰਵੇ, ਮੇਰੀ ਓੜਕ ਤੱਕ ਨਿਭ ਜਾਵੇ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤਾ ਰਾਖਿਓ ਚੀਤ। ਮਹਾਰਾਜ ਸੱਚੇ ਪਾਤਸ਼ਾਹ ਜਿਉਂਦੇ ਜੀ ਵੀ ਤੁਹਾਡੀ ਯਾਦ ਵਿੱਚ, ਤੁਹਾਡੇ ਪ੍ਰੇਮ ਵਿੱਚ ਜੁੜਿਆ ਰਵਾਂ। ਅਤੇ ਜਦੋਂ ਮੇਰਾ ਅੰਤਮ ਸਮਾਂ ਆਵੇ, ਇੱਕ ਤਰਸ ਕਰਿਓ, ਮੇਰਾ ਮਰਨਾ ਵੀ ਤੁਸੀਂ ਸਾਂਭ ਲਿਓ। ਜੀਵਨ ਤਾਂ ਤੁਸੀਂ ਸਾਂਭਣਾ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਮਰਨਾ ਸਾਂਭ ਲਿਓ। ਅਤੇ ਗੁਰੂ ਪਿਆਰਿਓ, ਜਿਨ੍ਹਾਂ ਦਾ ਮਰਨਾ ਗੁਰੂ ਨੇ ਸਾਂਭ ਲਿਆ, ਕਿਉਂਕਿ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਦਾ ਮਰਨ ਸਾਡਾ ਹੋਣਾ। ਕਿਆ ਜਾਨਾ ਕਿ ਮਰਾਂਗੇ, ਕੈਸਾ ਮਰਨਾ ਹੋਏ। ਪਰ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਫਿਰ ਸਾਡਾ ਮਰਨਾ ਵੀ ਸਫਲਾ ਹੋ ਜਾਂਦਾ ਹੈ। ਕਿਉਂਕਿ ਅੰਤਮ ਸਮੇਂ ਦਾ ਜਿਹੜਾ ਇੱਕ ਖੇਨਾ ਨਾ, ਅੰਤਮ ਸਮੇਂ ਦੀਆਂ ਜਿਹੜੀਆਂ ਘੜੀਆਂ, ਉਸ ਵੇਲੇ ਜਿਹਨੂੰ ਗੁਰੂ ਚੇਤੇ ਆ ਜਾਏ, ਜਿਹਨੂੰ ਰੱਬ ਚੇਤੇ ਆ ਜਾਏ। ਅਤੇ ਸਤਿਗੁਰ ਦੀ ਬਾਣੀ ਦੇ ਵਿੱਚ ਅੰਤਕਾਲ ਵਾਲਾ ਸ਼ਬਦ ਆਪਾਂ ਪੜ੍ਹਦੇ ਹਾਂ ਨਾ, ਅੰਤਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਅਵਤਰੈ। ਕਹਿੰਦੇ ਜਿਹੜਾ ਅੰਤਮ ਸਮੇਂ ਲక్ష్ਮੀ ਨੂੰ, ਮਾਇਆ ਨੂੰ, ਧਨ ਨੂੰ, ਪਦਾਰਥ ਨੂੰ ਚੇਤੇ ਕਰਦਾ ਮਰ ਜਾਂਦਾ ਹੈ। ਸੁਰਤ ਮਾਇਆ ਵਿੱਚ ਰਹਿ ਗਈ ਅਤੇ ਸੱਪ ਬਣ ਕੇ, ਅਤੇ ਫਿਰ ਕਹਿੰਦੇ ਉਹ ਮਣੀ ਦੇ ਉੱਤੇ ਫਣ ਖਿਲਾਰ ਕੇ ਬੈਠਾ ਰਹਿੰਦਾ, ਸੱਪ ਦੀ ਜੂਨੀ ਮਿਲਦੀ ਆ ਉਹਨੂੰ ਅਗਲੀ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵੱਲ ਵੱਲ ਅਵਤਰੈ। ਅੰਤਮ ਸਮਾਂ ਤੇਰਾ ਧੀਆਂ ਪੁੱਤਰਾਂ ਦੇ ਵਿੱਚ ਚਿੱਤ ਰਹਿ ਗਿਆ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਫੈਸਲਾ ਹੈ, ਕਹਿੰਦੇ ਸੂਰ ਦੀ ਜੋਨੀ ਧਾਰਨ ਕਰੇਗਾ। ਕਿਉਂਕਿ ਸੂਰ ਦੇ ਬੱਚੇ ਬੱਚੀਆਂ ਬਹੁਤ ਹੁੰਦੇ ਆ। ਫਿਰ ਵਾਹਿਗੁਰੂ ਕਹੇਗਾ ਕਿ ਤੇਰੀ ਸੁਰਤ ਬੱਚੇ ਬੱਚੀਆਂ ਵਿੱਚ, ਸੰਤਾਨ ਵਿੱਚ ਰਹੇਗੀ। ਆਹ ਲੈ ਤੈਨੂੰ ਸੂਰ ਦਾ ਜਨਮ ਦੇ ਦਿੱਤਾ, ਅਤੇ 12 ਜੰਮ ਕੇ ਅਤੇ ਉਹਨਾਂ ਦੇ ਨਾਲ ਮੋਹ ਦੇ ਵਿੱਚ ਭਿੱਜਿਆ ਰਹੀਂ, ਪਰਚਦਾ ਰਹੀ ਉਹਨਾਂ ਵਿੱਚ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਅੰਤਕਾਲ ਜੋ ਮੰਦਰ ਸਿਮਰੈ, ਜਿਹੜਾ ਮੰਦਰਾਂ ਮਕਾਨਾਂ ਦੇ ਵਿੱਚ, ਮਹੱਲਾ ਕੋਠੀਆਂ ਦੇ ਵਿੱਚ ਜਿਹਦੀ ਸੁਰਤੀ ਰਹਿ ਗਈ, ਜਾਇਦਾਦ ਵਿੱਚ ਸੁਰਤ ਰਹਿ ਗਈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰੇਤ ਜੋਨ ਵੱਲ ਵੱਲ ਅਵਤਰੈ। ਉਹ ਕਹਿੰਦੇ ਪ੍ਰੇਤ ਜੂਨੀ ਨੂੰ ਪ੍ਰਾਪਤ ਕਰੇਗਾ। ਕਿਉਂਕਿ ਘਰਾਂ ਦੇ ਵਿੱਚ ਨਿਵਾਸ ਕਰਨਾ, ਹਮੇਸ਼ਾ ਹੀ ਉਹ ਘਰ ਨੂੰ ਨਾ ਛੱਡ ਕੇ ਜਾਣਾ, ਸੁਨਸਾਨ ਦੇ ਵਿੱਚ ਰਹਿਣਾ, ਅਤੇ ਇਹ ਪ੍ਰੇਤ ਜੂਨੀ ਆ ਨਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਤ ਜੋਨ ਵੱਲ ਵੱਲ ਅਵਤਰੈ। ਪਰ ਕਹਿੰਦੇ ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਲੋਚਨ ਤੇ ਨਰ ਮੁਕਤਾ, ਪੀਤਾੰਬਰ ਵਾ ਕੇ ਹਿਰਦੈ ਵਸੈ। ਕਹਿੰਦੇ ਜੇ ਅੰਤ ਸਮੇਂ ਨਾਰਾਇਣ ਨੂੰ ਸਿਮਰੇਗਾ, ਨਾਰਾਇਣ ਜਿਹਦੇ ਵਿੱਚ ਨਹੀਂ ਹੈ ਅਵਿਦਿਆ ਰੂਪੀ ਰਾਤ, ਜਿਹਦੇ ਵਿੱਚ ਗਿਆਨ ਹੀ ਗਿਆਨ ਹੈ, ਗਿਆਨ ਦਾ ਸੋਮਾ ਹੈ ਗੁਰੂ। ਉਹ ਗੁਰੂ ਤੈਨੂੰ ਚੇਤੇ ਆਵੇ, ਉਹ ਨਾਰਾਇਣ, ਉਹ ਪਰਮੇਸ਼ਰ ਪਾਰਬ੍ਰਹਮ ਤੈਨੂੰ ਚੇਤੇ ਆਵੇ ਅੰਤਮ ਸਮੇਂ, ਅਤੇ ਤੂੰ ਮੁਕਤ ਹੋ ਜਾਏਗਾ। ਉਹ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹਮੇਸ਼ਾ ਲਈ ਤੇਰਾ ਵਾਸਾ ਹੋ ਜਾਏਗਾ, ਇਕਮਿਕ ਹੋ ਜਾਏਗਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਸਮਾਹੇ। ਉਹਦੇ ਵਿੱਚ ਤੇਰਾ ਮਿਲਾਪ ਹੋ ਜਾਏਗਾ ਗੁਰੂ ਕੇ ਸਿੱਖਾ। ਅਤੇ ਗੁਰੂ ਚਰਨਾਂ ਵਿੱਚ ਹਮੇਸ਼ਾ ਹੀ ਅਰਦਾਸ ਕਰੀਏ, ਮਹਾਰਾਜ ਜੀਵਨ ਤੁਹਾਡੇ ਆਸਰੇ ਬੀਤੇ ਅਤੇ ਮੇਰਾ ਮਰਨਾ ਵੀ ਤੁਸੀਂ ਸਾਂਭ ਲਿਓ। ਜਿਹਦਾ ਮਰਨਾ ਗੁਰੂ ਨੇ ਸਾਂਭ ਲਿਆ ਨਾ ਗੁਰਮੁਖ ਪਿਆਰਿਓ, ਅਤੇ ਉਹ ਫਿਰ ਇਹ ਦੁਨੀਆ ਵਿੱਚ ਭਟਕੇਗਾ ਨਹੀਂ। ਉਹ ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਕਰ ਲਵੇਗਾ।
मैं एक साखी प्रमाण कह के समाप्ति करा। छेवें पातशाह सतगुरु गुरु हरगोबिंद साहिब जी महाराज सच्चे पातशाह जी दे नाल ਜ਼ਾਲਮਾਂ ਦੇ ਵਿਰੋਧ ਦੇ ਵਿੱਚ, ਮੁਗਲਾਂ ਦੇ ਵਿਰੋਧ ਦੇ ਵਿੱਚ ਜੰਗ ਲੜਨ ਵਾਲੇ ਬਹੁਤ ਸਾਰੇ ਗੁਰਸਿੱਖ, ਔਰ ਇਨ੍ਹਾਂ ਗੁਰਸਿੱਖਾਂ ਦੇ ਵਿੱਚੋਂ ਇੱਕ ਗੁਰਸਿੱਖ ਜਿਹਦਾ ਨਾਮ ਹੈ ਭਾਈ ਮੁਗਲੂ, ਉਹ ਵੀ ਮੈਦਾਨੇ ਜੰਗ ਦੇ ਵਿੱਚ, ਪਹਿਲੀ ਜੰਗ ਦੇ ਵਿੱਚ ਸਤਿਗੁਰਾਂ ਦਾ ਸਾਥੀ ਬਣ ਕੇ ਜੂਝਿਆ, ਜ਼ਖਮੀ ਹੋ ਗਿਆ। ਜ਼ਖਮੀ ਹੋਇਆ, ਮੈਦਾਨੇ ਜੰਗ ਵਿੱਚ ਪਿਆ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਮੈਦਾਨੇ ਜੰਗ ਵਿੱਚ ਆਏ। ਭਾਈ ਮੁਗਲੂ ਸਰੀਰ ਸਹਿਕ ਰਿਹਾ, ਜ਼ਖਮੀ ਹਾਲਤ ਵਿੱਚ ਪਿਆ। ਸਤਿਗੁਰਾਂ ਨੇ ਇਹਦਾ ਸੀਸ, ਇਹਦਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ। ਰੁਮਾਲ ਦੇ ਨਾਲ ਸਤਿਗੁਰਾਂ ਨੇ ਗੁਰੂ ਕੇ ਸਿੱਖ ਦਾ ਮੁੱਖ ਪ੍ਰੇਮ ਦੇ ਵਿੱਚ ਸਾਫ਼ ਕੀਤਾ, ਕਿਉਂਕਿ ਜੇ ਗੁਰੂ ਕਾ ਸਿੱਖ ਪ੍ਰੇਮ ਕਰਦਾ ਨਾ ਤੇ ਗੁਰੂ ਉਹਨੂੰ ਕਿੰਨਾ ਪ੍ਰੇਮ ਕਰਦਾ ਵੇਖੋ। ਗੁਰੂ ਨੇ ਗੋਦ ਦੇ ਵਿੱਚ ਭਾਈ ਮੁਗਲੂ ਦਾ ਸਿਰ ਰੱਖਿਆ ਤੇ ਗੁਰਸਿੱਖ ਪਿਆਰਿਓ, ਭਾਈ ਮੁਗਲੂ ਨੇ ਪੁੱਛਿਆ, ਗੁਰੂ ਕੇ ਸਿੱਖਾ ਤੇਰੀ ਸੇਵਾ ਭਾਵਨਾ, ਤੇਰੀ ਕੁਰਬਾਨੀ ਤੋਂ ਬੜੇ ਖੁਸ਼ ਹੈ, ਮੰਗ ਤੂੰ ਜੋ ਚਾਹੁੰਦਾ ਹੈ। ਪ੍ਰਸੰਨਤਾ ਦੇ ਘਰ ਵਿੱਚ ਆਏ ਆ ਨਾ, ਤੇ ਜਦੋਂ ਸਤਿਗੁਰੂ ਪ੍ਰਸੰਨ ਹੋਵੇ ਤੇ ਗੁਰਮੁਖ ਪਿਆਰਿਓ, ਗੁਰੂ ਕੀ ਨਹੀਂ ਬਖਸ਼ ਸਕਦਾ, ਸਭ ਕੁਝ ਬਖਸ਼ ਸਕਦਾ ਗੁਰੂ। ਜਦੋਂ ਪ੍ਰਸੰਨਤਾ ਦੇ ਘਰ ਵਿੱਚ ਆ ਜਾਵੇ, ਗੁਰੂ ਰੀਝ ਜਾਵੇ ਸਾਡੇ ਉੱਤੇ, ਤੇ ਗੁਰਮੁਖੋ ਗੁਰੂ ਨੂੰ ਰਿਝਾਉਣ ਵਾਲੀ ਘੜੀ ਲਿਆਉਣੀ ਮੁਸ਼ਕਲ ਆ ਨਾ। ਸਾਡੇ ਅੰਦਰ ਉਹ ਭਾਵਨਾ ਬਣੇ, ਗੁਰੂ ਸਾਡੇ ਉੱਤੇ ਰੀਝੇ। ਆਖਿਆ ਗੁਰੂ ਕੇ ਸਿੱਖਾ ਮੰਗ ਜੋ ਮੰਗਦਾ ਹੈ। ਤੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ, ਜੇ ਤਾਂ ਹੈ ਮੇਰਾ ਅੰਤਮ ਸਮਾਂ, ਮੇਰੇ ਸਵਾਸ, ਮੇਰੇ ਪ੍ਰਾਣ ਪੰਖੇਰੂ ਹੁਣੇ ਉੱਡਣ ਵਾਲੇ ਆ। ਆਪ ਜੀ ਨੂੰ ਪਤਾ ਇਸ ਗਤ ਦਾ, ਇਸ ਅਵਸਥਾ ਦਾ, ਇਸ ਦਸ਼ਾ ਦਾ, ਕਿ ਮੇਰੇ ਕਿੰਨੇ ਪ੍ਰਾਣ ਪੰਖੇਰੂ ਬਾਕੀ ਰਹਿ ਗਏ ਆ, ਕਿੰਨੇ ਸਾਹ ਮੇਰੇ ਸਰੀਰ ਵਿੱਚ ਹੋਰ ਚੱਲਣੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਫੇਰ ਤਾਂ ਵਾਹ ਭਲੀ, ਆਪ ਜੀ ਕਿਰਪਾ ਕਰੋ, ਜਿਵੇਂ ਆਪ ਜੀ ਨੂੰ ਭਾਵੇ ਤਿਵੇਂ ਰੱਖ ਲਓ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਮੇਰੀ ਆਰਜ਼ਾ, ਜੇ ਮੇਰੀ ਜ਼ਿੰਦਗੀ, ਜੇ ਮੇਰੀ ਹਯਾਤੀ ਹੈ ਬਾਕੀ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਜਦੋਂ ਵੀ ਮੇਰਾ ਅੰਤਮ ਸਮਾਂ ਆਵੇ, ਮੇਰੇ ਸਵਾਸ ਤੁਹਾਡੀ ਗੋਦ ਦੇ ਵਿੱਚ ਨਿਕਲਣ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਮੇਰਾ ਅੰਤਮ ਸਮਾਂ ਆਵੇ, ਮੇਰੇ ਸਵਾਸ ਤੁਹਾਡੀ ਗੋਦ ਵਿੱਚ ਪਿਆ ਹੋਇਆ ਖਤਮ ਹੋਣ। ਇਹ ਸਰੀਰ ਛੱਡਾਂ, ਇਹ ਚੋਲਾ ਛੱਡਾਂ, ਤਾਂ ਤੁਹਾਡੇ ਦਰਸ਼ਨ ਕਰਦਾ ਹੋਇਆ ਇਹ ਦੁਨੀਆ ਤੋਂ ਰੁਖਸਤ ਹੋਵਾਂ ਜਾਵਾਂ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਭਾਈ ਮੁਗਲੂ ਜੀ, ਤੁਹਾਡੀ ਜ਼ਿੰਦਗੀ ਹਾਲੇ ਹੋਰ ਹੈ, ਤੇ ਜਿਹੜਾ ਤੁਸੀਂ ਬਚਨ ਕੀਤਾ ਹੈ ਕਿ ਮੇਰੀ ਗੋਦ ਵਿੱਚ ਸਵਾਸ ਤੁਸੀਂ ਛੱਡਣ ਦਾ ਜੋ ਪ੍ਰਣ ਕੀਤਾ ਹੈ, ਜੋ ਬਚਨ ਕੀਤਾ ਹੈ, ਕਹਿੰਦੇ ਭਾਈ ਮੁਗਲੂ ਜੀ, ਤੁਸੀਂ ਤਾਂ ਚਰੰਜੀਵੀ ਹੋਵੋਗੇ, ਤੁਹਾਡੀ ਉਮਰ ਤਾਂ ਹਲੇ ਹੋਰ ਹੈ, ਪਰ ਤੁਹਾਡੇ ਤੋਂ ਪਹਿਲਾਂ ਅਸੀਂ ਆਹ ਸਰੀਰ ਦਾ ਚੋਲਾ ਬਦਲ ਲੈਣਾ ਹੈ। ਤੇ ਭਾਈ ਮੁਗਲੂ ਨੇ ਹੱਥ ਜੋੜੇ, ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਸਰੀਰ ਦਾ ਹੀ ਚੋਲਾ ਬਦਲੋਗੇ ਨਾ, ਜੋਤ ਤਾਂ ਉਹੀ ਗੁਰੂ ਨਾਨਕ ਦੇਵ ਮਹਾਰਾਜ ਵਾਲੀ ਹੈ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਿਓ, ਜਿਸ ਵੀ ਜਾਮੇ ਵਿੱਚ ਹੋਵੋਗੇ ਤਾਂ ਉਸ ਵੇਲੇ ਮੇਰੀ ਇਹ ਭਾਵਨਾ ਪੂਰੀ ਕਰ ਦਿਓ। ਸਤਿਗੁਰਾਂ ਨੇ ਆਖਿਆ ਸਤ ਬਚਨ, ਇਸੇ ਤਰ੍ਹਾਂ ਹੋਵੇਗਾ। ਹੁਣ ਜੇ ਸਾਡੇ ਮਨ ਵਿੱਚ ਇਹ ਆਵੇ ਕਿ ਸਤਿਗੁਰ ਨੇ ਪਹਿਲਾਂ ਹੀ ਕਿਵੇਂ ਦੱਸ ਦਿੱਤਾ ਕਿ ਮੇਰਾ ਸਰੀਰਕ ਚੋਲਾ ਬਦਲ ਜਾਏਗਾ ਉਸ ਵੇਲੇ, ਤੇ ਗੁਰਮੁਖੋ ਇਹ ਭਾਵਨਾ ਬਣਾਉਣ ਦੀ ਲੋੜ ਹੈ। ਜਦੋਂ ਛੇਵੇਂ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ ਸੀ ਨਾ, ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ ਨਿਹਾਰੀ, ਤਾਂ ਸਤਿਗੁਰ ਨੇ ਬਚਨ ਕੀਤੇ ਸੀ, ਕਲਯੁਗ ਪੀੜੀ ਸੋਢੀਆਂ ਨਿਹਚਲ ਨੀਵ ਉਸਾਰ ਖਿਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਨਾਮ ਹੈ 2 ਦਾ, 2 ਅਤੇ 2 4, ਭਾਵ 4 ਜਾਮੇ, ਇਹ 6ਵੇਂ ਜਾਮੇ ਤੋਂ ਬਾਅਦ ਹੋਰ ਮੈਂ ਅਵਤਾਰ ਧਾਰਨ ਕਰਾਂਗਾ, ਹੋਰ ਗੁਰੂ ਨਾਨਕ ਦੀ ਜੋਤ ਸਰੀਰਕ ਰੂਪ ਵਿੱਚ ਵਰਤੇਗੀ। ਸਤਿਗੁਰੂ ਬਚਨ ਕਰ ਸਕਦੇ ਆ, ਸਤਿਗੁਰਾਂ ਨੇ ਇਹ ਬਚਨ ਕਰ ਦਿੱਤੇ। ਤੇ ਭਾਈ ਮੁਗਲੂ ਜਿਹਦਾ ਪਿੰਡ, ਗੁਰਮੁਖ ਪਿਆਰਿਓ, ਜਦੋਂ ਆਪਾਂ ਮਾਲਵੇ ਦੇ ਵਿੱਚ ਸੁਨਾਮ ਤੋਂ ਲਹਿਰੇ ਗਾਗੇ ਨੂੰ ਜਾਂਦੇ ਆ ਨਾ, ਤੇ ਛਾਜਲੀ ਸਟੇਸ਼ਨ ਆਉਂਦਾ ਹੈ, ਤੇ ਉਹ ਤੋਂ ਕੋਈ 4-5 ਕਿਲੋਮੀਟਰ ਸਾਈਡ ਦੇ ਉੱਤੇ ਇੱਕ ਪਿੰਡ ਆਉਂਦਾ ਗੰਡੂਆਂ। ਫਤਿਹਗੜ੍ਹ ਤੇ ਗੰਡੂਆਂ 2 ਪਿੰਡ ਆਉਂਦੇ ਆ, ਇਕੱਠਾ ਨਾਮ ਲੈ ਦਿੱਤਾ ਜਾਂਦਾ ਫਤਿਹਗੜ੍ਹ ਗੰਡੂਆਂ। ਉਹ ਗੰਡੂਆਂ ਨਗਰ ਦੇ ਨਿਵਾਸੀ ਸਨ ਇਹ ਭਾਈ ਮੁਗਲੂ ਜੀ।
ਸਮਾਂ ਬੀਤਿਆ। ਭਾਈ ਮੁਗਲੂ ਜੀ ਸਤਿਗੁਰੂ ਦੀ ਯਾਦ ਵਿੱਚ, ਸਤਿਗੁਰੂ ਦੇ ਪ੍ਰੇਮ ਵਿੱਚ, ਸਤਿਗੁਰੂ ਦੀ ਪ੍ਰੀਤੀ ਵਿੱਚ ਤੇ ਪ੍ਰਤੀਤੀ ਵਿੱਚ, ਪ੍ਰੀਤ ਵੀ ਹੈ ਤੇ ਪ੍ਰਤੀਤ ਵੀ ਹੈ, ਭਾਵਨਾ ਵੀ ਹੈ ਤੇ ਵਿਸ਼ਵਾਸ ਵੀ ਹੈ ਕਿ ਸਤਿਗੁਰੂ ਜੀ ਮੇਰੇ ਅੰਤਮ ਸਮੇਂ ਜ਼ਰੂਰ ਆਉਣਗੇ। ਜਦੋਂ ਇਹਦਾ ਅੰਤਮ ਸਮਾਂ ਆਇਆ, ਉਸ ਵੇਲੇ ਤੱਕ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਫਰਜ਼ੰਦ ਨੌਵੇਂ ਪਾਤਸ਼ਾਹ, ਨੌਵੇਂ ਗੁਰੂ ਨਾਨਕ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਚੁੱਕੇ ਸਨ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮਾਲਵੇ ਦਾ ਰਟਨ ਕੀਤਾ ਹੈ, ਇੱਕ ਸਪੈਸ਼ਲੀ ਗ੍ਰੰਥ ਪੋਥੀ ਵੀ ਮਿਲਦੀ ਹੈ, ਮਾਲਵਾ ਰਟਨ ਦੀ ਸਾਖੀ, ਨੌਵੇਂ ਪਾਤਸ਼ਾਹ ਜੀ ਦਾ ਇਤਿਹਾਸ। ਤੇ ਨੌਵੇਂ ਪਾਤਸ਼ਾਹ ਜੀ ਦਾ ਇਤਿਹਾਸ ਗੁਰੂ ਕੇ ਸਿੱਖੋ ਮੈਂ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਸੁਣਾ ਰਿਹਾ ਕਿਉਂਕਿ ਇਸ ਵਰੇ ਅਸੀਂ ਸਤਿਗੁਰੂ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਨਾ ਰਹੇ ਹਾਂ। ਤੇ ਕੋਸ਼ਿਸ਼ ਹੋਵੇਗੀ ਕਿ ਹਰ ਐਤਵਾਰ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਹੀ ਸੰਗਤਾਂ ਵਿੱਚ ਸੁਣਾਈਏ। ਗੁਰੂ ਪਾਤਸ਼ਾਹ ਜੀ ਦਾ 400 ਸਾਲਾ ਮਨਾ ਰਹੇ ਹਾਂ ਤਾਂ ਉਹਨਾਂ ਦੇ ਜੀਵਨ ਦੀ ਬਾਬਤ, ਉਹਨਾਂ ਨੇ ਜੀਵਨ ਵਿੱਚ ਕਿੰਨਿਆਂ ਨੂੰ ਤਾਰਿਆ, ਉਹ ਸਾਨੂੰ ਪਤਾ ਹੋਣਾ ਚਾਹੀਦਾ। ਸਤਿਗੁਰੂ ਜੀ ਮਾਲਵਾ ਦੇਸ਼ ਦੇ ਵਿੱਚ ਗਏ ਹੈ, ਉੱਧਰ ਭਾਈ ਮੁਗਲੂ ਜੀ ਦਾ ਅੰਤਮ ਸਮਾਂ ਆ ਗਿਆ ਘਰ ਦੇ ਵਿੱਚ, ਤੇ ਇਹਨੇ ਆਪਣੇ ਨਗਰ ਦੇ ਲੋਕਾਂ ਨੂੰ, ਆਪਣੇ ਘਰ ਪਰਿਵਾਰ ਦੇ ਲੋਕਾਂ ਨੂੰ ਕਹਿ ਦਿੱਤਾ ਕਿ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖਿਓ, ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਘਰ ਆਉਣਗੇ। ਐ ਨਗਰ ਨਿਵਾਸੀਓ, ਗੰਡੂਆਂ ਵਾਲਿਓ, ਤੁਸੀਂ ਵੀ ਸਾਰੇ ਮੇਰੇ ਘਰ ਵਿੱਚ ਆਉਣਾ, ਮੇਰਾ ਅੰਤਮ ਸਮਾਂ ਆ ਗਿਆ, ਮੈਂ ਸਰੀਰਕ ਚੋਲਾ ਤਿਆਗ ਦੇਣਾ, ਛੱਡ ਦੇਣਾ ਤੇ ਤੁਸੀਂ ਕਰਿਓ ਕਿਰਪਾ, ਸਾਡੇ ਘਰ ਆਇਓ, ਸਾਡੇ ਘਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਉਣਾ, ਤੁਸੀਂ ਵੀ ਦਰਸ਼ਨ ਕਰਕੇ ਵੱਡਿਆਂ ਭਾਗਾਂ ਵਾਲੇ ਬਣ ਜਾਇਓ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਜਿਸ ਤਰ੍ਹਾਂ ਦਾ ਸਤਿਗੁਰੂ ਨੂੰ ਸੁਣਿਆ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ, ਕਿਵੇਂ ਉਹ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਗੁਰੂ ਦਰਗਾਹ ਦਾ ਵਕੀਲ ਬਣ ਕੇ ਆਉਂਦਾ, ਕਿਵੇਂ ਆਪਣੇ ਕੀਤੇ ਹੋਏ ਬਚਨ ਨੂੰ ਨਿਭਾਉਂਦਾ ਹੈ। ਗੁਰਮੁਖ ਪਿਆਰਿਓ, ਇਹ ਭਾਈ ਸਾਹਿਬ ਦਾ ਅੰਤਮ ਸਮਾਂ ਆਇਆ, ਭਾਈ ਮੁਗਲੂ ਜੀ ਦਾ। ਤੇ ਉਧਰ ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਘੋੜ ਅਸਵਾਰ ਹੋ ਕੇ ਇਹਦੇ ਘਰ ਪਹੁੰਚ ਗਏ। ਜਾ ਕੇ ਭਾਈ ਮੁਗਲੂ ਦੇ ਸਿਰ ਦੇ ਉੱਤੇ ਹੱਥ ਫੇਰਿਆ, ਉਸੇ ਤਰ੍ਹਾਂ ਗੋਦ ਦੇ ਵਿੱਚ ਉਹਦਾ ਸਿਰ ਰੱਖਿਆ ਤੇ ਆਖਿਆ ਵਾਹਿਗੁਰੂ ਵਾਹਿਗੁਰੂ ਕਹੋ ਭਾਈ ਮੁਗਲੂ ਜੀ, ਵਾਹਿਗੁਰੂ ਵਾਹਿਗੁਰੂ ਕਹੋ। ਇਹਨੇ ਨੇਤਰ ਖੋਲ੍ਹੇ, ਵਾਹਿਗੁਰੂ ਵਾਹਿਗੁਰੂ ਦਾ ਆਵਾਜ਼ਾ ਮੁਖ ਦੇ ਵਿੱਚੋਂ ਆਇਆ, ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ, ਫਿਰ ਸਤਿਗੁਰੂ ਦੀ ਗੋਦ ਵਿੱਚ ਸਵਾਸ ਛੱਡੇ ਭਾਈ ਮੁਗਲੂ ਨੇ। ਛੇਵੇਂ ਜਾਮੇ ਦਾ ਕੀਤਾ ਹੋਇਆ ਬਚਨ ਸਤਿਗੁਰ ਸੱਚੇ ਪਾਤਸ਼ਾਹ ਨੇ ਨੌਵੇਂ ਜਾਮੇ ਵਿੱਚ ਸੰਪੂਰਨ ਕੀਤਾ। ਭਾਈ ਮੁਗਲੂ ਨੇ ਸਤਿਗੁਰੂ ਦੀ ਗੋਦ ਦੇ ਵਿੱਚ ਮਰਨਾ ਸਫਲਾ ਹੋ ਗਿਆ। ਇਸ ਕਰਕੇ ਗੁਰੂ ਚਰਨਾਂ ਵਿੱਚ ਬੇਨਤੀ ਕਰੀਏ, ਗਰੀਬ ਨਵਾਜ਼, ਜਿਵੇਂ ਆਪ ਜੀ ਸਾਡਾ ਦੁਨਿਆਵੀ ਕਾਰਜ ਸਾਰੇ ਰਾਸ ਕਰਦੇ ਹੋ, ਸਾਡਾ ਜਨਮ ਸਫਲਾ ਕਰਦੇ ਹੋ, ਉਸੇ ਤਰ੍ਹਾਂ ਸਾਡਾ ਮਰਨਾ ਵੀ ਸਫਲ ਹੋਵੇ। ਤੁਸੀਂ, ਤੁਹਾਡਾ ਨਾਮ ਸਾਨੂੰ ਚੇਤੇ ਆਵੇ। ਤੇ ਗੁਰੂ ਪਿਆਰਿਓ, ਜਦੋਂ ਕਿਸੇ ਦਾ ਅੰਤਮ ਸਮਾਂ ਹੋਵੇ ਨਾ, ਹਸਪਤਾਲ ਆਪਾਂ ਜਾਂਦੇ ਹਾਂ ਜਾਂ ਘਰ ਵਿੱਚ ਉਹਦੇ ਕੋਲ ਬੈਠੇ ਹਾਂ, ਤਾਂ ਇਹ ਜ਼ਰੂਰੀ ਬੇਨਤੀ ਹੈ ਜੀ, ਉਹਦੇ ਕੋਲ ਬੈਠ ਕੇ ਇਹ ਨਾ ਦੱਸੋ ਵੀ ਆਹ ਫਲਾਣਾ, ਆਹ ਤੇਰੀ ਧੀ ਆ ਗਈ, ਆਹ ਤੇਰੀ ਦੋਹਤਰੀ ਆ ਗਈ, ਆਹ ਤੇਰੀ ਪੋਤੀ ਆ ਗਈ, ਆਹ ਤੇਰਾ ਪੁੱਤਰ ਆ ਗਿਆ, ਇਹਨਾਂ ਨੂੰ ਪਛਾਣਦਾ, ਆਹ ਤੇਰੀ ਕੋਠੀ ਹੈ ਤੈਨੂੰ ਚੇਤਾ ਹੈ, ਆਹ ਤੇਰੀ ਕਾਰ ਖੜੀ ਹੈ। ਕਿਉਂਕਿ ਦੁਨਿਆਵੀ ਗੱਲਾਂ ਆਪਾਂ ਇਹੀ ਕਰਦੇ ਹਾਂ ਨਾ ਜਦੋਂ ਕੋਈ ਚੜ੍ਹਾਈ ਕਰਦਾ। ਨਹੀਂ, ਉਸ ਵੇਲੇ ਉਹਨੂੰ ਆਖੋ ਕਿ ਇਉਂ ਮਹਿਸੂਸ ਕਰਕੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਕੋਲ ਆ ਗਏ, ਉਹ ਖੜੇ ਹੈ। ਗੁਰੂ ਕਾ ਸ਼ਬਦ ਉਹਨੂੰ ਚੇਤੇ ਕਰਾਓ। ਤੇ ਅੰਤ ਕਾਲ ਜਦੋਂ ਉਹਨੂੰ ਗੁਰੂ ਦਾ ਸ਼ਬਦ ਚੇਤੇ ਆਇਆ ਨਾ ਗੁਰਮੁਖ ਪਿਆਰਿਓ, ਤੇ ਉਹਦਾ ਮਰਨਾ ਵੀ ਸਫਲਾ ਹੋਏਗਾ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਲੋਚਨ ਤੇ ਨਰ ਮੁਕਤਾ, ਪੀਤਾੰਬਰ ਵਾਕੇ ਹਿਰਦੈ ਬਸੈ। ਤੇ ਗੁਰਮੁਖ ਪਿਆਰਿਓ, ਉਹ ਗੁਰੂ ਕਾ ਸਿੱਖ ਨਿਹਾਲ ਹੋਏਗਾ, ਮੁਕਤ ਹੋਏਗਾ। ਆਓ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਿਸ਼ ਕਰਨ। ਹੁਣ ਭੋਗ ਦੇ ਸਲੋਕ ਸਰਵਣ ਕਰਕੇ ਆਨੰਦ ਮਾਣੀਏ ਜੀ। ਗੁਰਫਤਿਹ ਦੀ ਸਾਂਝ ਪਿਆਰ ਦੇ ਨਾਲ ਸਾਰੀ ਸੰਗਤ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।